ਬਾਜ ਮਹੱਲਾ ਪੰਜਵਾ। ਜੀਅ ਪ੍ਰਾਨ ਪ੍ਰਭ ਮਨ ਹੈ ਆਧਾਰਾ, ਭਗਤ ਜੀਵ ਹੈ ਗੁਣ ਗਾਏ ਅਪਾਰਾ। ਜੋ ਵਾਹਿਗੁਰੂ ਜੀਵਾਂ ਦੇ ਪ੍ਰਾਣਾਂ ਦਾ ਦਾਤਾ ਹੈ ਸਾਰਿਆਂ ਦਾ, ਅਤੇ ਮਨ ਦਾ ਫਿਰ ਉਹ ਆਧਾਰ ਵੀ ਹੈ, ਆਸਰਾ ਵੀ ਹੈ। ਮਨ ਸਰੀਰ ਸਭ ਉਹ ਦੇਣ ਵਾਲਾ ਹੈ। ਉਸ ਅਪਾਰ ਵਾਹਿਗੁਰੂ ਦੇ ਗੁਣਾਂ ਨੂੰ ਗਾ ਕੇ ਭਗਤ ਜਨ ਜਿਉਂਦੇ ਨੇ, ਕਿਉਂਕਿ ਭਗਤਾਂ ਨੂੰ ਖੁਰਾਕ ਹੀ ਇਹ ਹੈ ਬਸ। ਮੂਲ ਮੰਤਰ ਦਾ ਅਭਿਆਸ, ਗੁਰਮੰਤਰ ਪਾਠ, ਜਪਜੀ ਸਾਹਿਬ ਦੇ ਪਾਠ, ਚੌਪਈ ਸਾਹਿਬ ਦੇ ਪਾਠ। ਸੋ ਇਸ ਤਰ੍ਹਾਂ ਆਤਮਿਕ ਖੁਰਾਕ ਜਿਹੜੀ ਹੈ ਵੱਡੀ ਚੀਜ਼ ਉਹ ਹੈ। ਗੁਣ ਨਿਧਾਨ ਅੰਮ੍ਰਿਤ ਹਰ ਨਾਮਾ, ਹਰ ਧਿਆਏ ਧਿਆਏ ਸੁਖ ਪਾਇਆ ਜੀਉ। ਸ਼ੁਭ ਗੁਣਾਂ ਦਾ ਜਿਹੜਾ ਨਿਧਾਨ ਖਜ਼ਾਨਾ ਜੋ ਵਾਹਿਗੁਰੂ ਪਰਮਾਤਮਾ, ਉਹ ਹਰੀ ਨਾਮ ਅੰਮ੍ਰਿਤ ਹੈ। ਸਭ ਤੋਂ ਵੱਡਾ ਖਜ਼ਾਨਾ ਜੋ ਹੈ, ਉਸ ਹਰੀ ਨਾਮ ਨੂੰ ਜਪ ਜਪ ਕੇ ਮੈਂ ਅੰਦਰਲਾ ਸੁਖ ਪਾਇਆ, ਆਤਮਿਕ ਸੁਖ। ਆਤਮਿਕ ਸੁਖ ਜਦੋਂ ਅੰਦਰ ਆ ਜਾਂਦਾ ਹੈ, ਟਿਕਾਓ ਬਣ ਜਾਂਦਾ, ਸਰੀਰ ਹਿਲਦਾ ਹੀ ਨਹੀਂ, ਮਨ ਜਾਂਦਾ ਹੀ ਨਹੀਂ ਕਿਤੇ, ਇਕਾਗਰਤਾ ਵਿੱਚ ਹੀ ਬੈਠਾ, ਤਾਂ ਹੋਰ ਕਿਸੇ ਚੀਜ਼ ਦੀ ਤਮੰਨਾ ਹੀ ਨਹੀਂ ਰਹਿੰਦੀ ਉਹਨੂੰ। ਦੌੜਦਾ ਭੱਜਦਾ ਉਹ ਜਿੱਥੇ ਮਨ ਦੀ ਇਕਾਗਰਤਾ ਨਹੀਂ, ਟਿਕਾਓ ਨਾਲ ਬੈਠਾ ਹੈ। ਉਹਨੂੰ ਭਾਵੇਂ ਜਾ ਕੇ ਕਹਿ ਦਈਏ ਕਿ ਫਲਾਣੇ ਥਾਂ ਚੀਜ਼ ਸਸਤੀ ਮਿਲਦੀ ਹੈ, ਦੁਨਿਆਵੀ ਬੰਦੇ ਨੂੰ ਕਹੋ ਫਲਾਣੇ ਥਾਂ ਫਰੀ ਚੀਜ਼ ਮਿਲਦੀ ਹੈ, ਅੱਜ ਉੱਥੇ ਫਰੀ ਪਿਆ ਰਹੇ ਚਾਹ, ਲੋਕੀ ਚਾਹ ਮੰਗਦੀ ਦੌੜ ਲੈਂਦੇ ਵੀ ਫਰੀ ਪਿਆ ਰਹੇ ਬਸ। ਪਰ ਮਹਾਰਾਜ ਕਹਿੰਦੇ ਰੱਬ ਦੇ ਪਿਆਰੇ ਨੂੰ ਕਹੋ ਉੱਥੇ ਫਲਾਣੇ ਥਾਂ ਸੋਨੇ ਦੀਆਂ ਮੋਹਰਾਂ ਰਾਜਾ ਬਣ ਰਿਹਾ, ਉਹ ਆਂਦਾ ਆਪਾਂ ਮਿੱਟੀ ਕੀ ਕਰਨੀ, ਉਹ ਮਿੱਟੀ ਦੱਸਦਾ, ਕਿਉਂਕਿ ਉਹਦੇ ਅੰਦਰ ਆਤਮਿਕ ਸੁੱਖ ਆ ਗਿਆ। ਆਤਮਿਕ ਸੁੱਖ ਦੇ ਬਰਾਬਰ ਹੋਰ ਸਰੀਰਕ ਸੁੱਖ ਤਾਂ ਤੁੱਛ ਜਿਹੀ ਸੁੱਖ ਨੇ। ਮਨਸਾ ਧਾਰ ਜੋ ਘਰ ਤੇ ਆਵੈ, ਸਾਧ ਸੰਗ ਜਨਮ ਮਰਨ ਮਿਟਾਵੈ। ਘਰ ਵਿੱਚੋਂ ਜੋ ਵਾਸ਼ਨਾ ਧਾਰ ਕੇ ਕੋਈ ਆਉਂਦਾ, ਸਤਸੰਗਤ ਦੇ ਪ੍ਰਤਾਪ ਨਾਲ ਪੂਰੀ ਹੋ ਜਾਂਦੀ ਹੈ। ਘਰੋਂ ਵਾਸ਼ਨਾ ਕਰਕੇ ਆਵੇ, ਇੱਛਾ ਕਰਕੇ ਆਵੇ, ਸਤਸੰਗਤ ਬੈਠਾਂਗਾ, ਮਹਾਰਾਜ ਮੇਰੇ ਤੇ ਆਹ ਕਿਰਪਾ ਕਰਨ। ਘਰੋਂ ਫੁਰਨਾ ਕਰਕੇ ਆ ਜਾਓ ਵੀ ਅੱਜ ਮੈਂ ਮਹਾਰਾਜ ਮੈਨੂੰ ਆਹ ਪ੍ਰਸ਼ਨ ਦਾ ਉੱਤਰ ਦੇ ਦੇਣ, ਉਹੀ ਆ ਜਾਣਾ। ਕਥਾ ਵਿੱਚ ਉਹੀ ਜਵਾਬ ਮਿਲੇਗਾ, ਕੀਰਤਨ ਵਿੱਚ ਉਹੀ ਸ਼ਬਦ ਹੋਵੇਗਾ, ਹੁਕਮਨਾਮਾ ਵੀ ਉਹੋ ਜਿਹਾ ਹੋਵੇਗਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਘਰੋਂ ਇਹ ਇੱਛਾ ਲੈ ਕੇ ਆਉਂਦਾ ਹੈ, ਇਹ ਵਾਹਿਗੁਰੂ ਅਸੀਂ ਤੇ ਤੇਰੀ ਸਤਸੰਗਤ ਵਿੱਚ ਤਾਂ ਆਏ ਆ ਵੀ ਆ ਜਿਹੜਾ ਬਾਰ-ਬਾਰ ਸਾਡਾ ਜਨਮ ਮਰਨਾ ਨੇ ਇਹਨੂੰ ਮਿਟਾਓ ਪਰੇ। ਉੱਦਾਂ ਆਈਏ ਬਾਰ-ਬਾਰ ਕੋਈ ਗੱਲ ਨਹੀਂ, ਤੁਸੀਂ ਡਿਊਟੀ ਲਾ ਕੇ ਭੇਜੋ, ਪੰਥ ਦੀ ਸੇਵਾ ਲਈ ਭੇਜੋ, ਉਹ ਕਰਾਂਗੇ। ਪਰ ਆਹ ਜਿਹੜਾ ਬਾਰ-ਬਾਰ ਚੱਕਰਾਂ ਵਿੱਚ ਪਾਇਆ ਹੋਇਆ, ਜੂਨੀਆਂ ਦੇ ਗੇੜਿਆਂ ਵਿੱਚ, ਆਹ ਮਨੁੱਖਾ ਜਨਮ ਦੇ ਵਿੱਚ ਕਈ ਤਰ੍ਹਾਂ ਦੇ ਧੰਦੇ ਜੰਜਾਲ, ਇਹ ਨਹੀਂ ਸਾਨੂੰ ਚਾਹੀਦੇ। ਅਸੀਂ ਤਾਂ ਆਜ਼ਾਦ ਆਈਏ, ਆਜ਼ਾਦ ਹੀ ਚਲੇ ਜਾਈਏ, ਬਸ ਸੇਵਾ ਕਰੀਏ ਤੇਰੀ। ਆਸ ਮਨੋਰਥ ਪੂਰਨ ਹੋਵੈ, ਭੇਟਤ ਗੁਰ ਦਰਸਾਇਆ ਜੀਓ। ਗੁਰੂ ਸਾਹਿਬ ਦਾ ਦਰਸ਼ਨ ਕਰਦੇ ਹੀ ਕਹਿੰਦੇ ਸਾਰੀਆਂ ਆਸਾਂ ਤੇ ਮਨ ਦੇ ਮਨੋਰਥ ਪੂਰੇ ਹੋ ਜਾਂਦੇ, ਜੇ ਪਿੱਛੋਂ ਹੀ ਆਸ ਧਾਰ ਕੇ ਆਵੇ। ਮਨਸਾ ਧਾਰ ਜੋ ਘਰ ਤੇ ਆਵੈ, ਸਾਧ ਸੰਗ ਜਨਮ ਮਰਨ ਮਿਟਾਵੈ। ਅਗਮ ਗੋਚਰ ਕਿਛ ਮਿਤ ਨਹੀਂ ਜਾਨੀ, ਸਾਧਕ ਸਿੱਧ ਧਿਆਵੈ ਹੈ ਗਿਆਨੀ। ਜੋ ਮਨ ਕਰਕੇ ਅਗੰਮ ਹੈ, ਪਹੁੰਚ ਹੈ, ਇੰਦਰੀਆਂ ਕਰਕੇ ਅਗੋਚਰ ਹੈ, ਉਹਦੀ ਕੁਝ ਮਰਿਆਦਾ ਜਾਣੀ ਨਹੀਂ ਜਾਂਦੀ। ਸਾਧਕ ਹੁੰਦੇ ਨੇ ਸਾਧਨਾ ਕਰਨ ਵਾਲੇ ਜਗਿਆਸੂ, ਸਿੱਧ ਹੁੰਦੇ ਰਿੱਧੀਆਂ ਸਿੱਧੀਆਂ ਵਾਲੇ, ਅਤੇ ਗਿਆਨੀ ਸਭ ਨੂੰ, ਜਿੰਨੇ ਵੀ ਗਿਆਨਵਾਨ ਲੋਕ ਨੇ ਸਾਰੇ ਉਹਨੂੰ ਹੀ ਧਿਆਉਂਦੇ ਨੇ। ਪਰ ਜਿਨ੍ਹਾਂ ਦੀ ਇਹਦੇ ਵਿੱਚ ਹੁਣ ਕਹਿੰਦੇ ਨੇ ਧਿਆਉਂਦੇ ਸਾਰੇ ਨੇ, ਪਰ ਮਨ ਦਾ ਭੁਲਾਵਾ ਜਿਹਦਾ ਹੈ, ਭੁਲੇਖਾ ਕਿਹਦਾ ਦੂਰ ਹੋਇਆ ਇਹਨਾਂ ਚੋਂ। ਖੁਦੀ ਮਿਟੀ ਚੂਕਾ ਭੋਲਾਵਾ, ਗੁਰ ਮਨ ਹੀ ਮਹਿ ਪ੍ਰਗਟਾਇਆ ਜੀਓ। ਜਿਹਦੀ ਖੁਦੀ ਮਿਟ ਗਈ ਹੰਗਤਾ, ਮਨ ਦੀ ਹੰਗਤਾ ਮਿਟ ਗਈ, ਮਨ ਦੀਆਂ ਇੱਛਾਵਾਂ ਮਿਟ ਗਈਆਂ, ਜਿਹਨੂੰ ਇਹ ਮਨ ਦੇ ਵਿੱਚ ਕਹਿੰਦੇ ਖਾਨੇ 'ਚ ਗੱਲ ਪੈ ਗਈ, ਬੰਦੇ ਦੇ ਖਾਨੇ 'ਚ, ਜਿਹਦੇ ਖਾਨੇ 'ਚ ਇਹ ਗੱਲ ਪੈ ਗਈ ਕਿ ਜੋ ਕੁਛ ਮੰਗਣਾ ਨਾਸਵੰਤੀ ਆ, ਕਾਹਨੂੰ ਮੰਗਣਾ, ਛੱਡੋ ਪਰੇ, 100 ਸਾਲ ਮੰਗੀ ਜਾਓ ਰੱਜਣਾ ਨਹੀਂ, ਕਿਉਂਕਿ ਨਾਸਵੰਤ ਮੰਗਿਆ। ਮੰਗ ਲਓ ਇੱਕੋ ਹੀ ਜਿਹੜਾ ਨਾਸ ਨਹੀਂ ਹੁੰਦਾ, ਨਾਮ। ਇੱਛਾ ਹੀ ਮਿਟ ਗਈ, ਭਰਮ ਕਰਕੇ ਜੋ ਭੁਲੇਖਾ ਪਿਆ ਹੋਇਆ ਸੀ ਉਹ ਖਤਮ ਹੀ ਹੋ ਗਿਆ ਹੈ ਹੁਣ। ਕਿਉਂਕਿ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, ਆਪਣੀ ਦ੍ਰਿਸ਼ਟੀ ਨਾਲ ਪਰਦੇ ਚੁੱਕ ਚੁੱਕ ਕੇ ਜਦੋਂ ਵਾਹਿਗੁਰੂ ਹਿਰਦੇ 'ਚ ਬੈਠਾ ਹੀ ਦਿਖਾਤਾ ਪ੍ਰਕਾਸ਼। ਕਹਿੰਦੇ ਆਹ ਦੇਖ, ਨਜ਼ਰ ਆਈ ਜੋਤ,
ਇਹੀ ਜੋਤ ਤੇਰੇ ਸਰੀਰ ਨੂੰ ਚਲਾਉਂਦੀ ਹੈ, ਇਹੀ ਜੋਤ ਬ੍ਰਹਿਮੰਡ ਨੂੰ ਚਲਾਉਂਦੀ ਹੈ, ਇਹੀ ਜੋਤ ਹੈ ਪ੍ਰਮਾਤਮਾ ਸਰਬ ਵਿਆਪਕ ਪਰਿਪੂਰਨ। ਆਨੰਦ ਮੰਗਲ ਕਲਿਆਣ ਨਿਧਾਨਾ, ਸੂਖ ਸਹਿਜ ਹਰ ਨਾਮ ਵਖਾਨਾ। ਆਨੰਦਦਾਇਕ ਮੰਗਲਾਂ ਦੇ ਕਰਨ ਵਾਲਾ, ਖੁਸ਼ੀਆਂ ਦੇ ਦੇਣ ਵਾਲਾ ਤੇ ਮੁਕਤੀ ਦਾ ਖਜ਼ਾਨਾ ਜੋ ਵਾਹਿਗੁਰੂ ਹੈ, ਅਚੁੱਤ ਸੁਖ ਦਾ ਦਾਤਾ, ਉਸ ਹਰੀ ਨਾਮ ਨੂੰ ਕਹਿੰਦੇ ਅਸੀਂ ਕਥਨ ਕੀਤਾ, ਕਥਨ ਕਰਦੇ ਹਾਂ ਹਰ ਵਕਤ। ਕਿਉਂਕਿ ਨਾਮ ਦੇ ਵਿੱਚ ਹੈ ਵੀ ਨਾਮ ਜਪਣ ਵਾਲਿਆਂ ਕੋਲ ਬੈਠ ਕੇ ਥੋੜੇ ਤਰੀਕੇ ਸਿੱਖਣੇ ਪੈਂਦੇ ਹੈ। ਕਈ ਬਹੁਤ ਦੇਰ ਤੱਕ ਨਾਮ ਜਪਦੇ ਨੇ ਪਰ ਤਰੀਕੇ ਤੋਂ ਬਿਨਾਂ ਛੇਤੀ ਪ੍ਰਾਪਤੀ ਨਹੀਂ ਹੁੰਦੀ। ਤਰੀਕਾ ਥੋੜਾ ਜਿਹਾ ਹੀ ਹੁੰਦਾ। ਸਤਿਗੁਰੂ ਦੱਸਦੇ ਆਪ ਵੀ ਨੇ, ਅੱਜ ਦੱਸ ਕੇ ਵੀ ਆਏ ਨੇ ਕਿ ਬਾਣੀ ਨੂੰ ਕੰਨਾਂ ਨਾਲ ਸੁਣਨ ਵਿੱਚ ਹੀ ਸਾਰਾ ਲਾਭ ਹੁੰਦਾ। ਕੰਨ ਵੀ ਦੋ ਤਰ੍ਹਾਂ ਦੇ ਨੇ, ਇੱਕ ਤੇ ਉਹ ਕਿ ਬਾਹਰਲੇ ਕੰਨ, ਜਦੋਂ ਬਾਣੀ ਗੁਪਤ ਪੜ੍ਹਦੇ ਫਿਰ ਕੰਨਾਂ ਨਾਲ ਕਿਵੇਂ ਸੁਣੀਏ। ਸਤਿਗੁਰੂ ਕਹਿੰਦੇ ਉਹ ਅੰਦਰ ਵੀ ਕੰਨ ਨੇ। ਬਾਣੀ ਦੇ ਅਰਥ ਵਿੱਚ ਧਿਆਨ ਦੇ ਕੇ ਉਹਦੇ ਅਰਥ ਦੀ ਅੰਦਰ ਵਿਚਾਰ ਕਰ ਲੈਣੀ, ਇਹੀ ਕੰਨ ਨੇ। ਸੁਣੀ ਜਾਓ ਬਾਣੀ ਨੂੰ, ਕਿਉਂਕਿ ਸੁਣਨ ਸ਼ਕਤੀ ਅੰਦਰ ਹੈ, ਕੰਨਾਂ ਦੇ ਵਿੱਚ ਨਹੀਂ। ਉਸ ਸ਼ਕਤੀ ਨੇ ਅੰਦਰੋਂ ਹੀ ਸਾਰੇ ਕਰਮ ਕਰਨੇ ਨੇ। ਹੋਏ ਕਿਰਪਾਲ ਸੁਆਮੀ ਆਪਣਾ, ਨਾਉ ਨਾਨਕ ਘਰ ਮਹਿ ਆਇਆ ਜੀਉ। ਜਿਸ ਉੱਤੇ ਆਪਣਾ ਸੁਆਮੀ ਵਾਹਿਗੁਰੂ ਕਿਰਪਾਲੂ ਹੋ ਗਿਆ ਹੈ, ਮਹਾਰਾਜ ਫਰਮਾਉਂਦੇ ਨੇ ਕਿ ਉਹਦੇ ਅੰਤःਕਰਨ ਰੂਪ ਘਰ ਦੇ ਵਿੱਚ ਨਾਮ ਆ ਕੇ ਵਸ ਗਿਆ, ਉੱਥੇ ਪ੍ਰਕਾਸ਼ਮਾਨ ਹੋ ਗਿਆ ਹੈ ਨਾਮ। ਨਾਮ ਤਾਂ ਹੁਣ ਵੀ ਆਪਣੇ ਅੰਦਰ ਸਾਰਿਆਂ ਦੇ ਵਿੱਚ ਕਿਰਿਆ ਤਾਂ ਹੋ ਹੀ ਰਹੀ ਹੈ, ਵਿਆਪਕ ਹੈ ਨਾਮ। ਪਰ ਜਦੋਂ ਤੱਕ ਸਤਿਗੁਰੂ ਦੀ ਕਿਰਪਾ ਨਹੀਂ ਹੁੰਦੀ, ਉਦੋਂ ਤੱਕ ਉਹ ਕਿਰਪਾ ਸ਼ਰਵਣ ਵਾਲੀ ਨਹੀਂ ਹੋ ਸਕਦੀ। ਗੁਰੂ ਸਾਹਿਬ ਕਿਰਪਾ ਕਰਦੇ ਨੇ, ਕੰਧਾਂ ਵਿੱਚ ਨਾਮ, ਦਰਖਤਾਂ ਵਿੱਚ ਨਾਮ, ਆਕਾਸ਼ ਵਿੱਚ ਨਾਮ, ਹਿਰਦੇ ਵਿੱਚ ਨਾਮ, ਰੋਮਾਂ ਵਿੱਚ ਨਾਮ, ਕਿੱਥੇ ਨਹੀਂ ਹੈ ਨਾਮ। ਪਰ ਮਹਾਰਾਜ ਸੱਚੇ ਪਾਤਸ਼ਾਹ ਆਪ ਸਾਡੇ ਮਨ ਨੂੰ ਇਕਾਗਰ ਕਰਕੇ ਸੈਟਿੰਗ ਕਰ ਦਿੰਦੇ ਨੇ ਉਹਦੀ। ਪਰ ਜਦੋਂ ਮਨ ਦੀ ਸੈਟਿੰਗ ਹੋ ਗਈ, ਨਾਮ ਸੁਣਨ ਲੱਗ ਜਾਂਦਾ, ਕਿਉਂਕਿ ਇਹਦੇ ਮਾਲਕ, ਇਹਦੇ ਇੰਜੀਨੀਅਰ ਸਾਰਾ ਸਤਿਗੁਰੂ ਆਪ ਨੇ। ਆਪਾਂ ਆਪਣੀਆਂ ਐਵੇਂ ਟੱਕਰਾਂ ਮਾਰੀਏ। ਕੋਈ ਬੰਦਾ ਰੇਡੀਓ ਦਾ ਸਾਰਾ ਸਮਾਨ ਚੁੱਕ ਲਿਆਇਆ, ਆਖੇ ਮੈਂ ਘਰੇ ਰੇਡੀਓ ਬਣਾ ਲੂੰਗਾ। ਰੇਡੀਓ ਦਾ ਸਾਰਾ 100 ਰੁਪਏ ਦਾ ਖਰਚਾ ਕਰਤਾ ਉਹਨੇ, 500 ਦਾ ਰੇਡੀਓ ਫੇਰ ਨਾ ਬਣਿਆ। ਨਾਲੇ ਘਰ ਦੇ ਪੁੱਠਾ ਸਿੱਧਾ ਬੋਲਣਾ ਉਹਨੂੰ, ਕਈ ਦਿਨ ਲਾਤੇ ਨਹੀਂ ਮੈਂ ਘਰੇ ਹੀ ਬਣਾ ਲਾਂ ਰੇਡੀਓ, ਬਣਾ ਲਾ ਬਈ। ਕਈ ਘਰੇ ਡਾਕਟਰ ਬਣਦੇ ਆ, ਫਿਰ ਮੁੜ ਕੇ ਆਪਰੇਸ਼ਨ ਕਰਾਉਣੇ ਪੈਂਦੇ। ਇੱਕ ਬੰਦਾ ਘਰੇ ਕਹਿੰਦਾ ਪੱਖੇ ਨੂੰ ਕਿ ਮੈਂ ਕਰ ਲੈਣਾ ਠੀਕ, ਇੱਕ ਮੇਜ਼ ਦੇ ਉੱਤੇ ਹੋਰ ਮੇਜ਼ ਰੱਖ ਕੇ ਖੜ ਗਿਆ, ਉਹ ਮੇਜ਼ ਤਿਲਕ ਗਿਆ, ਲੱਤ ਟੁੱਟ ਗਈ, 6 ਮਹੀਨੇ ਮੰਜੇ ਤੇ ਪਿਆ ਰਿਹਾ। ਘਰ ਦੇ ਕਹਿੰਦੇ ਮਕੈਨਿਕ ਨਹੀਂ ਬੁਲਾਇਆ ਜਾਂਦਾ, 100 ਰੁਪਏ ਲੱਗਣਾ, ਤੇਰੀ ਨਾਲੇ ਤਾਂ ਤਨਖਾਹ ਬੰਦ ਹੋਈ, ਨਾਲੇ ਤੂੰ ਪੁੱਠਾ ਹੋ ਕੇ ਡਿੱਗਿਆ, ਲੱਤ ਤੜਾਈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜਾ ਗੁਰੂ ਸਾਹਿਬ ਨੇ ਕਿਰਪਾ ਕਰਨੀ ਆ, ਉਹ ਘਰੇ ਬਹਿ ਕੇ ਜਾਂ ਐਵੇਂ ਬਿਨਾਂ ਸਤਸੰਗਤ ਤੋਂ ਟੱਕਰਾਂ ਮਾਰਨੀਆਂ, ਬੇਅਮਰਤੀ ਜੇ ਬੇਗੁਰੇ ਹੋ ਕੇ ਗੱਲਾਂ ਕਰਨੀਆਂ, ਉਹ ਗੱਲ ਬਣਦੀ ਨਹੀਂ ਹੈ। ਸਿਆਣਿਆਂ ਦੀ ਗੱਲ ਵੀ ਉਹਨਾਂ ਜਿਹੜੀ ਕਾਨੂੰਨ ਬਣਾਏ, ਮਰਿਆਦਾ ਬਣਾਈ, ਉਹ ਕਿਤੇ ਐਵੇਂ ਸੀਗੇ ਵੀ ਜਿਹੜੇ ਉਹਨਾਂ ਨੇ ਬਣਾਤੀਆਂ ਮਰਿਆਦਾਵਾਂ, ਉਹਨਾਂ ਨੂੰ ਕਹਿਣਾ ਉਹ ਛੋਟੇ ਆ। ਜਿਵੇਂ ਪਹਿਲਾਂ ਵੀ ਆਇਆ ਸ੍ਰੀ ਰਾਗ 'ਚ ਵੱਡੋ ਵਡਾਈ ਹੋਏ, ਕਹਿੰਦਾ ਇਹ ਤਾਂ ਗੁਰੂ ਸਾਹਿਬ ਨੂੰ ਨਹੀਂ ਸੀ ਪਤਾ। ਕੋਈ ਇੱਥੇ ਬੰਦਾ ਸੀ ਬੜਾ ਵੱਡਾ ਅਮਰੀਕਾ ਦੇ ਵਿੱਚ, ਉਹ ਕਹਿੰਦਾ ਕਿ ਜਿਹੜਾ ਕੰਮ ਗੁਰੂ ਗੋਬਿੰਦ ਸਿੰਘ ਨੇ ਨਹੀਂ ਸੀ ਕੀਤਾ, ਉਹ ਮੈਂ ਕਰ ਦਿਖਾਇਆ। ਫਿਰ ਚੜ੍ਹਾਈਆਂ ਵੀ ਕਰ ਗਿਆ। ਹੁਣ ਕੀ ਕਰ ਦਿਖਾਇਆ ਤੂੰ? ਕੁਝ ਵੀ ਨਹੀਂ ਕਰਦਾ। ਐਵੇਂ ਹੀ 10ਵੇਂ ਪਾਸੇ ਰੀਸ ਕਰੀ ਜਾਣੀ। ਜਦੋਂ ਕੋਈ ਬੰਦਾ ਇੱਥੇ ਲਿਆਉਂਦਾ ਨਾ ਗੱਲ ਕਿ ਮੈਂ ਹੀ ਆ 10ਵੇਂ ਪਾਤਸ਼ਾਹ, ਮਹਾਰਾਜ ਸੱਚੇ ਪਾਤਸ਼ਾਹ ਇਹੋ ਜਿਹਾ ਮਿੱਟੀ 'ਚ ਰੋਲਦੇ, ਮੁੜ ਕੇ ਲੱਭਦਾ ਹੀ ਨਹੀਂ ਕਿੱਧਰ ਗਿਆ। ਜੇ ਤਾਂ ਦਾਸ ਬਣ ਕੇ ਰਹੇ ਨਾ 10ਵੇਂ ਪਾਤਸ਼ਾਹ, ਇੱਕਮਿਕ ਹੋ ਕੇ ਵੀ ਪਰਮਾਤਮਾ ਵਿੱਚ, ਫੇਰ ਵੀ ਕਹਿੰਦੇ ਮੋਕੋ ਦਾਸ ਤਬਨ ਕਾ ਜਾਨੋ। ਉਹ ਤਾਂ ਕਹਿੰਦੇ ਮੈਂ ਦਾਸ ਹਾਂ, ਤੇ ਇੱਥੇ ਮਾੜਾ ਜੇ ਕਿਤੇ ਗੁਣ ਆ ਗਿਆ ਨਾ, ਉੱਥੇ ਹੀ ਕਹਿੰਦਾ 10ਵੇਂ ਪਾਤਸ਼ਾਹ ਤਾਂ ਛੋਟੇ ਆ, ਮੈਂ ਹੀ ਵੱਡਾ ਹਾਂ। ਮਹਾਰਾਜ ਬਖਸ਼ੇ ਹੈ ਜੇ ਤੂੰ ਬਚਾਵੇ ਤੇ ਉਹਨਾਂ ਨੂੰ ਵੀ ਸਮੱਤ ਬਖਸ਼ੇ। ਮਾਝ ਮਹੱਲਾ ਪੰਜਵਾ। ਸੁਣ ਸੁਣ ਜੀਵਾ ਸੋਏ ਤੁਮਾਰੀ, ਤੂੰ ਪ੍ਰੀਤਮ ਠਾਕੁਰ ਅਤ ਭਾਰੀ। ਹੁਣ ਦੁਬਾਰਾ ਫੇਰ ਕਹਿੰਦੇ ਸੁਣਨ ਦੀ ਗੱਲ ਫੇਰ ਦੱਸਦਾ ਮਹਾਰਾਜ, ਕਹਿੰਦੇ ਤੁਹਾਨੂੰ ਇਹ ਵਾਹਿਗੁਰੂ ਮੈਂ ਆਪ ਜਿਹੜੀ ਸੋਏ ਆ ਨਾ ਸੋਭਾ, ਉਹ ਸੁਣ ਸੁਣ ਕੇ ਜਿਉਂਦਾ। ਮੈਂ ਸੋਭਾ ਸੁਣ ਕੇ ਆਇਆ, ਉੱਚਾ ਦਰ ਬਾਬੇ ਨਾਨਕ ਦਾ ਹੈ। हे ਠਾਕੁਰ ਪਰਮੇਸ਼ਰ ਦੀ, ਤੂੰ ਮੇਰਾ ਵੱਡਾ ਭਾਰੀ ਪ੍ਰੀਤਮ ਹੈ। ਮੈਂ ਜਦੋਂ ਤੇਰੀ ਸੋਏ ਸੋਭਾ ਸੁਣਦਾ ਮੈਂ ਬਹੁਤ ਖੁਸ਼ ਹੁੰਦਾ। ਜਿੱਥੇ ਤੇਰੀ ਕੀਰਤਨ ਸੋਭਾ ਹੋਵੇ, ਕਥਾ ਵਿੱਚ ਸੋਭਾ ਹੋਵੇ,
मैं भज के आउना। आ संसारी लोक है, कथा हुंदी है, ठीक है, श्रवण भी करते, कई श्रवण नहीं करते, कोई संगत च नहीं आ सकते, पर अगम्मी दुनिया किन्नी आउंदी कथा च, उन्होंने ये पता लग जे कि फलाने थां लड़ीवार कथा हो रही है। हालांकि वो सारे ब्रह्म ज्ञानी ने, नाम दे रस आए हुए ने, हालांकि सचखंड च बैठे ने, फिर भी कथा सुनते ने। 10वें पातशाह हुण भी नितनेम आप करते ने, नितनेम सुनते सारे थाई। महाराज कहने ये थोड़ी हो गया भी हुण असीं अलोप हो गए, हुण रह रास नहीं सुननी, कीर्तन सोला नहीं पढ़ना। ना बई, नितनेम जरूर करना, बाणी जरूर पढ़नी है, सत्संग जरूर करनी है, कथा नहीं छड्डदे। कथा परमेश्वर आप सुनते ने, सतगुरु आप सुनते ने, कथा कोई भी नहीं छड्डदा। जिन्ना कुल ब्रह्मंड है, बेशक उन्हां दी आवाज़ साडे तक नहीं आउंदी, पर साडी आवाज़ सारे थाई चली जाती है, क्योंकि वो इस गल दे बहुत ज़्यादा खुश हुंदे ने कि सानू परमात्मा की उस्तति सुन रही कितों। तुमरे करतब तुम ही जानो, तुमरी ओट गोपाला जीओ। वाहिगुरु जी, तुसीं अपने करतबां नूं निरंकार जी आप ही जाणदे हो जी। हे गोपाल परमेश्वर जी, आप दी सानू ओट है। इत्थे गग्गे नूं औंकड़ भी ते होड़ा भी विचला जा मेल बोलना, गोपाला जीओ। गुण गावत मन हरिया होवै, कथा सुनत मल सगली खोवै। ये सुनन दा ही महात्म दसदे सतगुरु कि आप दे गुण गाउंदियां साडा मन शुभ गुणां नाल हरा होण लग जांदा। हौली 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 मन दे अंदर हरियावलता आ जांदी। वो जिहड़ा पहला सड़िया भुजिया जिहा मन सी, वो जिथे सोका पिया होया सी पत्तियां वांगू, जिथे खड़का आउंदा सी, दरख्त सुक्के होए बाग भी हुंदे ने कई, कहने गुरां ने चरण पाते बाग हरा हो गया। इत्थे नाम रूप चरण जद हिरदे च पए, सुक्का होया हिरदा ईरखा दा भुजिया होया, जिवें पानी तो बिना धरती फट जांदी, इउं हिरदे च त्रेड़ां पईयां होईयां। सतगुरु की बख्शिश का सदका जदों नाम जल की बरखा हुई, इत्थे नाम का बीज बीजिया, जदों हरिया होया, उहदे उत्ते शुभ गुणां दे फल लगे, ब्रह्म ज्ञान का फल लग्या, आत्मक रस आया, बड़ी किरपा हुई आप दी। अते आप जी की कथा सुनदियां पापां की सारी मैल खोवै दूर हो गई, हुण दूर हुंदी है, क्योंकि कथा एक ऐसी चीज़ है। असीं अपने उस्ताद जी नूं पुछया, भगत जसवंत सिंह जी दौधर वाले, उन्होंने सानू संथ्या कराई सी। मैं कहा भगत जी तुसीं कई बार 2-2 घंटे कथा करते रहने हो, असीं तां बैठे ही अक जाने हैं। मैं कहा कथा 'च बहना चाहिए इन्नी देर, असीं छोटे छोटे हुंदे ही उदों। भगत जी ने बड़ा ही सोहना जवाब दिता मैनू, कहंदे ये नहीं पता हुंदा, कई बार चंगी घड़ी आ जाए ना, एक पंक्ति होई मन च बस जे, बस उन्ने नाल ही भला हो जांदा बंदे दा। बैठ के सुनी जाओ, सुनी जाओ, सुनी जाओ। गुरु साहब की किरपा होगी, सत्संगत तो हो रही ना, गुरु ग्रंथ साहिब की हजूरी च तां बैठे हैं ना, इदों होर नेड़े किहदे बहना जाके, होर किहदे कोल बैठांगे। जे कोई गुरु ग्रंथ साहिब तो चंगा फिर उहदे कोल जाके बह जाओ, जे गुरु ग्रंथ साहिब चंगे ने फिर गुरु ग्रंथ साहिब दे कोल बैठो। जिस पास बैठे हैं सोही है सबना दा वेसा। कई पाठी पाठ करते हुंदे बड़े थावां देखिया, जद कोई मत्था टेकण आऊ अखां चक के उपर देखना भी वो गुरु ग्रंथ साहिब नालों सोहना जिहड़ा आया। जे गुरु ग्रंथ साहिब सोहने हैं फिर इत्थों अख क्यों चकनी। इस करके भगत जी कहते महाराज दे कोल बैठे रहो, बई भाई वो पता नहीं लगता किहड़े वेले किस पंक्ति का ऐसा मन के उत्ते असर हुंदा है कि बंदे का जीवन ही बदल जाता। भेटत संग साध संतन कै, सदा जपों दयाला जीओ। साध हुंदा श्रेष्ठ संतां नाल मिल के, हे दयालु जीओ मैं सदा आप जी नूं ही जपदा। सो ये जिहड़ी भगत जी की गल दसी है, कई सुनते भी होने हैं। भगत जी अजकल इधर कनेडा च रहिंदे ने, कई हुण कहणगे उन्हां नूं भी आह गल सुणी, वो कहणगे मैनूं तां याद नहीं। ये गल होई सी रागी राम सिंह के घर, जद बैल पड़ाओ गए सी यूपी च, उत्थे महापुरख किते काम गए सी, उदों भगत जी ने कथा की 3-4 दिन। उदों मैं प्रश्न किया सी, बड़ी पुरानी गल है, 1975-76 की गल है घट्टो घट्ट। प्रभ अपना साथ साथ समारो,
ਇਹ ਮਤ ਗੁਰ ਪ੍ਰਸਾਦ ਮਨ ਧਾਰਹੁ। हे ਵਾਹਿਗੁਰੂ, ਮੈਂ ਆਪ ਜੀ ਨੂੰ ਆਪਣਾ ਸੁਆਮੀ ਸਮਝ ਕੇ ਸਵਾਸ ਸਵਾਸ ਸੰਭਾਲਦਾ। ਤੁਸੀਂ ਮੇਰੇ ਮਾਲਕ। ਜਿਵੇਂ ਮਾਂ ਨੂੰ ਬੱਚਾ ਹਰ ਵਕਤ ਮਾਂ ਦਾ ਹੀ ਆਸਰਾ ਹੁੰਦਾ ਬੱਚੇ ਨੂੰ, ਤੇ ਮਾਂ ਦਾ ਵੀ ਬਹੁਤ ਪਿਆਰ ਹੁੰਦਾ ਬੱਚੇ ਵਿੱਚ, ਇੱਕ ਦੂਜੇ ਬਿਨਾਂ ਰਹਿ ਨਹੀਂ ਸਕਦੇ। ਮਾਤਾ ਪੁੱਤਰ ਦਾ ਪਿਆਰ ਇਸੇ ਪ੍ਰਕਾਰ ਜਦੋਂ ਆਪਾਂ ਮਹਾਰਾਜ ਨੂੰ ਕਹਿ ਹੀ ਦਿੱਤਾ ਬਚਨ ਕਿ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਫਿਰ ਗੁਰਸਿੱਖ ਦਾ ਵੀ ਮਾਤਾ ਪਿਤਾ ਵਾਲਾ ਪਿਆਰ ਗੁਰੂ ਸਾਹਿਬ ਨਾਲ ਹੁੰਦਾ। ਪਰ ਇਹ ਸਿੱਖਿਆ ਗੁਰਾਂ ਦੀ ਕਿਰਪਾ ਨਾਲ ਹੀ ਮੈਂ ਮਨ ਵਿੱਚ ਧਾਰਦਾ ਵਸਾਉਂਦਾ। ਇਹ ਮਤ ਗੁਰ ਪ੍ਰਸਾਦ ਮਨ ਧਾਰੋ ਕਿ ਪ੍ਰਭ ਆਪਣਾ ਸਾਥ ਸਾਥ ਸਮਾਰੋ। ਮੈਨੂੰ ਗੁਰੂ ਸਾਹਿਬ ਨੇ ਹੀ ਕਿਹਾ ਕਿ ਤੂੰ ਪੁੱਤ ਵਾਹਿਗੁਰੂ ਵਾਹਿਗੁਰੂ ਕਰਦਾ ਹੀ ਰਹੀਂ, ਛੱਡੀ ਨਾ ਇਹਨੂੰ। ਇਹੀ ਹੋਈ ਸਭ ਤੋਂ ਵਧੀਆ ਰਸਤਾ ਪੌੜੀ, ਇਹਦੇ ਉੱਤੇ ਹੋਰ ਕੁਛ ਨਹੀਂ। ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ, ਸਰਬ ਮਾਇਆ ਪ੍ਰਤਪਾਲਾ ਜੀਓ। ਆਪ ਜੀ ਦੀ ਕਿਰਪਾ ਨਾਲ ਹੀ ਜਿਹੜਾ ਪ੍ਰਗਾਸਾ ਹੁੰਦਾ, ਗਿਆਨ ਹੁੰਦਾ ਮਨ 'ਚ, ਆਪ ਹੀ ਕਿਰਪਾ ਕਰਕੇ ਸਾਰਿਆਂ ਜੀਵਾਂ ਦੀ ਪਾਲਣਾ ਕਰਦੇ ਹੋ। ਮਾਇਆ ਤੋਂ ਭਾਵ ਕਿਰਪਾ। ਸਤ 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 ਪ੍ਰਭ ਸੋਈ, ਸਦਾ ਸਦਾ ਸਦ ਆਪੇ ਹੋਈ। ਇਹ ਵਾਹਿਗੁਰੂ ਜੀ, ਤੁਸੀਂ ਪਿੱਛੇ ਵੀ ਸਦਾ ਸਤ ਸੀ, ਹੁਣ ਵੀ ਸਤੋਂ, ਅੱਗੇ ਨੂੰ ਵੀ ਤੁਸੀਂ ਸਦਾ ਸਤ ਸਰੂਪ ਹੀ ਹੋਣਾ। ਚਲਤ ਤੁਮਾਰੇ ਪ੍ਰਗਟ ਪਿਆਰੇ, ਦੇਖ ਨਾਨਕ ਭਏ ਨਿਹਾਲਾ ਜੀਓ। ਸਤਿਗੁਰੂ ਮਹਾਰਾਜ ਕਥਨ ਕਰਦੇ, ਪਿਆਰੇ ਵਾਹਿਗੁਰੂ ਜੀ, ਆਪ ਦੇ ਜਿਹੜੇ ਪ੍ਰਗਟ ਚਰਿੱਤਰਾਂ ਨੂੰ ਦੇਖ ਕੇ, ਕੌਤਕਾਂ ਨੂੰ ਦੇਖ ਕੇ ਮੈਂ ਨਿਹਾਲ ਨਿਹਾਲ ਹੋਇਆ। ਅੱਖਾਂ ਸਾਹਮਣੇ ਤੁਸੀਂ ਇੰਨੇ ਕੌਤਕ ਦਿਖਾ ਜਾਂਦੇ ਹੋ ਕਿ ਅਸੀਂ ਨਿਹਾਲ ਹੋ ਜਾਂਦੇ ਹਾਂ, ਕਿਰਤਾਰਥ ਹੋ ਜਾਂਦੇ ਹਾਂ। ਮਾਝ ਮਹੱਲਾ ਪੰਜਵਾ। ਹੁਕਮੀ ਵਰਸਣ ਲਾਗੇ ਮੇਹਾ, ਸਾਜਨ ਸੰਤ ਮਿਲ ਨਾਮ ਜਪੇਹਾ। ਕਹਿੰਦੇ ਹੁਕਮੀ ਪ੍ਰਮਾਤਮਾ ਦੇ ਹੁਕਮ ਅਨੁਸਾਰ ਜਦੋਂ ਮੀਂਹ ਪੈਂਦਾ, ਸਾਰੇ ਕੰਮਕਾਰ ਇੱਧਰ ਉੱਧਰ ਉਦੋਂ ਲੋਕਾਂ ਦੇ ਬੰਦ ਹੋ ਜਾਂਦੇ ਸੀ। ਕਹਿੰਦੇ ਜੀ ਹੁਕਮ ਵਿੱਚ ਮੀਂਹ ਪੈਣ ਲੱਗ ਪਿਆ, ਹੁਣ ਕੀ ਕਰੀਏ ਵਿਹਲੇ। ਕਹਿੰਦੇ ਭਈ ਸਾਰੇ ਇਕੱਠੇ ਹੋ ਕੇ ਬਹਿ ਕੇ ਨਾਮ ਜਪੋ, ਹੋਰ ਕੀ ਕਰਨਾ। ਸਤਿਗੁਰੂ ਕਹਿੰਦੇ ਨੇ ਸਾਜਨ ਸੰਤ ਮਿਲ ਨਾਮ ਜਪੇਹਾ। ਜਦੋਂ ਗੁਰੂ ਰੂਪ ਬੱਦਲ ਉਪਦੇਸ਼ ਜਲ ਦੀ ਵਰਖਾ ਕਰਨ ਲੱਗੇ ਤਾਂ ਸੰਤ ਉਸ ਗੁਰੂ ਸੱਜਣ ਨਾਲ ਮਿਲ ਕੇ ਨਾਮ ਜਪਣ ਲੱਗ ਪਏ। ਉਦੋਂ ਨਾਲ ਮਿਲ ਕੇ ਨਾਮ ਜਪਿਆ ਕਰੋ। ਸੀਤਲ ਸ਼ਾਂਤ ਸਹਿਜ ਸੁਖ ਪਾਇਆ, ਠਾਂਡ ਪਾਈ ਪ੍ਰਭ ਆਪੇ ਜੀਓ। ਮਨ ਨੂੰ ਸੀਤਲ ਕਰਨ ਵਾਲੀ ਸ਼ਾਂਤੀ ਤੇ ਆਤਮ ਸੁਖ ਪ੍ਰਾਪਤ ਕਰ ਲਿਆ ਹੁਣ ਅਸੀਂ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਿਹੜੀ ਠੰਡ ਪਾਈ ਹੈ ਮਨ ਦੇ ਅੰਦਰ, ਸ਼ਾਂਤੀ ਪਾਈ ਹੈ, ਇਹ ਮਨ ਦੇ ਅੰਦਰ ਠੰਡ ਪੈਂਦੀ ਸੀਤਲਤਾ ਪਹਿਲਾਂ ਵੀ ਦੱਸੀ, ਉਹਦੀ ਵਿਆਖਿਆ ਤਾਂ ਨਹੀਂ ਹੁੰਦੀ ਉਸ ਸੀਤਲਤਾ ਦੀ, ਕਿਉਂਕਿ ਉਹ ਸੀਤਲਤਾ ਤਾਂ ਜਿਹਨੂੰ ਮਿਲਦੀ ਹੈ ਸਿਰਫ ਉਸੇ ਨੂੰ ਹੀ ਪਤਾ ਲੱਗਦਾ। ਬੜੇ ਬੜੇ ਤਕੜੇ ਅਭਿਆਸੀ ਬੰਦੇ ਜਿਹੜੇ ਬੈਠੇ ਨੇ ਉਹਨਾਂ ਨੂੰ ਪਤਾ ਹੁੰਦਾ ਇਹ ਸੀਤਲਤਾ ਕੀ ਚੀਜ਼ ਹੁੰਦੀ ਹੈ। ਉਹ ਆਪ ਵੀ ਕਈ ਵਾਰ ਪੁੱਛਦੇ ਨੇ ਵੀ ਇੰਨੀ ਜ਼ਿਆਦਾ ਠੰਡ ਲੱਗਣ ਲੱਗ ਜਾਂਦੀ ਹੈ, ਇੰਨਾ ਜ਼ਿਆਦਾ ਠਾਰ ਪੈਂਦਾ, ਇੰਨੀ ਤਾਂ ਬਰਫ਼ ਵੀ ਨਹੀਂ ਠੰਡੀ ਹੁੰਦੀ। ਇੰਨੀ ਕਿਰਪਾ ਹੋ ਜਾਂਦੀ ਮਹਾਰਾਜ ਸੱਚੇ ਪਾਤਸ਼ਾਹ ਦੀ। ਸਭ ਕਿਛ ਬਹੁਤ ਬਹੁਤ ਉਪਾਇਆ, ਕਰ ਕਿਰਪਾ ਪ੍ਰਭ ਸਗਲ ਰਜਾਇਆ। ਹੁਣ ਜਦੋਂ ਹੁਕਮ ਦੇ ਵਿੱਚ ਬਰਸਾਤ ਹੋਈ, ਉਹਦੀ ਕਿਰਪਾ ਦੁਆਰਾ ਉਪਦੇਸ਼ ਦੀ ਨਾ, ਜਦੋਂ ਸੀਤਲ ਸ਼ਾਂਤ ਸਹਿਜ ਦੀ ਪ੍ਰਾਪਤੀ ਹੋਈ, ਠੰਡ ਪੈ ਗਈ ਮਨ ਦੇ ਵਿੱਚ, ਜਦੋਂ ਮੀਂਹ ਪੈਣ ਦੇ ਨਾਲ ਕਹਿੰਦੇ ਸਾਉਣ ਦੇ ਮਹੀਨੇ ਵਿੱਚ ਜਾਂ ਬਰਸਾਤ ਜਿੱਥੇ ਪੈਂਦੀ ਹੈ, ਆਪੇ ਹੀ ਸਭ ਚੀਜ਼ਾਂ ਵੱਧਦੀਆਂ ਫੁੱਲਦੀਆਂ ਨੇ। ਭਾਵੇਂ ਉਹ ਘਰ ਦੀ ਵਾੜੀ 'ਚ ਹੈ, ਭਾਵੇਂ ਉਹ ਗਮਲਿਆਂ 'ਚ ਹੈ, ਭਾਵੇਂ ਉਹ ਜੰਗਲਾਂ ਵਿੱਚ ਹੈ, ਭਾਵੇਂ ਉਹ ਬਾਗਾਂ ਵਿੱਚ ਹੈ, ਉਹ ਕਿਤੇ ਵੀ ਕੁਝ ਵੀ ਹੈ, ਸਾਰਾ ਕੁਝ ਆਪਣੇ ਆਪ ਹੀ ਪ੍ਰਫੁੱਲਤ ਹੁੰਦਾ ਪਾਣੀ ਜੋ ਪੈ ਗਿਆ ਬਰਸਾਤ ਨਾਲ। ਮਹਾਰਾਜ ਕਹਿੰਦੇ ਜਦੋਂ ਉਪਦੇਸ਼ ਦੀ ਵਰਖਾ ਹੁੰਦੀ, ਗੁਰਸਿੱਖ ਬਹਿ ਕੇ ਸਰਵਣ ਕਰਦਾ, ਬਹੁਤ ਜ਼ਿਆਦਾ ਫਿਰ ਸ਼ੁਭ ਗੁਣਾਂ ਦਾ ਸਮੁਦਾਇ ਪੈਦਾ ਹੋ ਜਾਂਦਾ ਉਹਦੇ 'ਚ। ਧੀਰਜ ਨਾਲ ਹੁੰਦਾ, ਟਿਕਾਓ ਨਾਲ ਬੈਠੇ ਰਹੋ, ਇੱਕ ਇੱਕ ਗੱਲ ਨੂੰ ਸੁਣੀ ਜਾਓ ਸੁਣੀ ਜਾਓ ਸੁਣੀ ਜਾਓ। ਉਹ ਕੰਨਾਂ ਦੇ ਅੰਦਰ ਚੀਜ਼ ਪੈ ਕੇ ਹਿਰਦੇ 'ਚ ਉਤਰ ਜਾਂਦੀ ਹੈ। ਵਾਹਿਗੁਰੂ ਨੇ ਕਿਰਪਾ ਕਰਕੇ ਸਾਰਿਆਂ ਤਰ੍ਹਾਂ ਨਾਲ ਸਾਰਿਆਂ ਜਿਗਿਆਸੂਆਂ ਨੂੰ ਹੁਣ ਤ੍ਰਿਪਤ ਕਰ ਦਿੱਤਾ, ਕਿਉਂਕਿ ਬਾਣੀ ਨੂੰ ਸੁਣ ਸੁਣ ਕੇ ਹੀ ਰੱਜ ਜਾਂਦਾ ਜੀਵ। ਸੁਣਿਆ ਸਤ ਸੰਤੋਖ ਗਿਆਨ, ਸੁਣਿਆ, ਇਹ ਸਭ ਸੁਣਨ ਦੇ ਨਾਲ ਹੀ ਮਾਤਮ ਮਿਲਦਾ। ਦਾਤ ਕਰੋ ਮੇਰੇ ਦਾਤਾਰਾ, ਜੀ ਜੰਤ ਸਭ ਧਰਾਪੇ ਜੀਓ। ਇਹ ਮੇਰੇ ਦਾਤਾਰ ਪਰਮੇਸ਼ਰ ਜੀ, ਆਪ ਜੀ
ਕਿਰਪਾ ਕਰਕੇ ਜਦੋਂ ਦਾਤ ਦਿੰਦੇ ਹੋ ਨਾ ਜੀਵ ਨੂੰ, ਛੋਟੇ ਵੱਡੇ ਸੂਖਮ ਸਥੂਲ ਸਾਰੇ ਜੀਵ ਰੱਜ ਜਾਂਦੇ ਨੇ, ਧਰਾਪੇ ਤੋਂ ਭਾਵ ਤ੍ਰਿਪਤ ਹੋ ਜਾਂਦੇ ਨੇ। ਤੁਹਾਡਾ ਰਜਾਇਆ ਹੀ ਕੋਈ ਰੱਜਦਾ ਹੈ। ਮਾਨਵ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਆ ਰਹਿ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗਾ ਆਏ। ਪਰਮਾਤਮਾ ਹੀ ਰਜਾਵੇ ਤਾਂ ਰਜਾਵੇ, ਨਹੀਂ ਤਾਂ ਬੰਦਾ ਕਿਉਂਕਿ ਥੋੜਾ ਥੋੜਾ ਦੇ ਹੀ ਜਾਂਦਾ, ਅੱਗਿਓਂ ਬੰਦਾ ਲੈਣ ਵਾਲਾ ਰੱਜਦਾ ਹੀ ਨਹੀਂ। ਪਰਮਾਤਮਾ ਇੱਕੋ ਹੀ ਵਾਰ ਰਜਾਉਂਦਾ, ਜਦੋਂ ਇੰਨਾ ਕੁਝ ਦੇ ਦਿੰਦਾ ਬੰਦੇ ਦੀ ਨਾ ਕਰਾ ਦਿੰਦਾ, ਬਸ ਕਰਾ ਦਿੰਦਾ। ਬਸ ਮਹਾਰਾਜ ਬਸ ਬਹੁਤ ਹੋ ਗਿਆ ਹੁਣ। ਸੱਚਾ ਸਾਹਿਬ ਸੱਚੀ ਨਾਹੀ, ਗੁਰ ਪ੍ਰਸਾਦ ਤਿਸ ਸਦਾ ਧਿਆਈ। ਜੋ ਸਾਹਿਬ ਮਾਲਕ ਸਾਡਾ ਸੱਚਾ ਤਿੰਨਾਂ ਕਾਲਾਂ ਵਿੱਚ, ਜਿਹਦੀ ਨਾਈ ਤੋਂ ਭਾਵ ਵਡਿਆਈ ਵੀ ਸੱਚੀ ਹੈ, ਗੁਰਾਂ ਦੀ ਕਿਰਪਾ ਨਾਲ ਮੈਂ ਉਹਨੂੰ ਸਦਾ ਧਿਆਉਣਾ। ਮੈਂ ਉਸ ਪਰਮਾਤਮਾ ਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਧਿਆਉਣਾ। ਇਹ ਨਹੀਂ ਕਹਿਣਾ ਕਿ ਮੈਂ ਆਪੇ ਧਿਆਈ ਜਾਂਦਾ, ਮੈਂ ਆਪ ਹੀ ਨਹੀਂ ਕੁਛ ਕਰ ਸਕਦਾ। ਤੇਰੀ ਸੱਤਾ ਮਿਲਣੀ ਹੈ। ਤੁਸੀਂ ਜਦੋਂ ਅਸੀਂ ਤੁਹਾਡੇ ਕੋਲ ਖੜ ਕੇ ਅਰਦਾਸ ਕਰਦੇ ਹਾਂ, ਉਦੋਂ ਤੁਸੀਂ ਆਪਣੀ ਤਾਕਤ ਦਿੰਦੇ ਹੋ, ਸਾਨੂੰ ਸ਼ਕਤੀ ਦਿੰਦੇ ਹੋ, ਬਲ ਦਿੰਦੇ ਹੋ। ਤੁਹਾਡੀ ਕਿਰਪਾ ਨਾਲ ਫਿਰ ਭਾਵੇਂ 100 ਪਾਠ ਜਪਜੀ ਸਾਹਿਬ ਦਾ ਕਰ ਲਈਏ, ਕੋਈ ਰੁਕਾਵਟ ਨਹੀਂ, ਕੋਈ ਥਕਾਵਟ ਨਹੀਂ, ਕੋਈ ਰੁਕਾਵਟ ਨਹੀਂ, ਕੁਛ ਨਹੀਂ ਆਉਂਦਾ। ਜਦੋਂ ਤੁਹਾਡੀ ਕਿਰਪਾ ਨਹੀਂ ਹੁੰਦੀ, ਉਦੋਂ ਅਸੀਂ 2 ਪਾਠ ਕਰਕੇ ਸੌਂ ਜਾਂਦੇ ਹਾਂ, ਬਾਅਦ ਚਲੋ ਆਰਾਮ ਕਰਦੇ ਹਾਂ, ਹੋਰ ਹੀ ਕੋਈ ਕੰਮ ਪੈ ਜਾਂਦੇ, ਕੋਈ ਵਿਘਨ ਖੜੇ ਹੋ ਜਾਂਦੇ ਨੇ। ਪਰ ਜਦ ਤੁਸੀਂ ਆਪਣੀ ਛਤਰ ਛਾਇਆ ਥੱਲੇ ਰੱਖ ਕੇ ਸਾਡੇ ਤੋਂ ਕਰਾਉਂਦੇ ਹੋ, ਉਦੋਂ ਬੜੀ ਕਿਰਪਾ ਹੁੰਦੀ। ਜਨਮ ਮਰਨ ਭੈ ਕਾਟੇ ਮੋਹਾ, ਬਿਨਸੇ ਸੋਗ ਸੰਤਾਪੇ ਜੀਉ। ਮੋਹ ਦੇ ਸਮੇਤ ਜਿਹੜੇ ਜਨਮ ਮਰਨ ਦਾ ਭੈ ਆਪਨੇ ਕਿਰਪਾ ਕਰਕੇ ਕੱਟਿਆ, ਇਹ ਬੜੀ ਕਿਰਪਾ ਕੀਤੀ ਹੈ। ਭੈ ਕੱਟਿਆ ਗਿਆ ਹੁਣ ਸਾਡਾ, ਅਤੇ ਜੀ ਦੇ ਜਿਹੜੇ ਸੀ ਨਾ ਸੋਗ ਫਿਕਰ ਸੰਤਾਪ ਸਾਰੇ ਹੀ ਨਾਸ ਹੋ ਗਏ ਨੇ। ਸਾਸ ਸਾਸ ਨਾਨਕ ਸਾ ਲਾਹੇ, ਸਿਮਰਤ ਨਾਮ ਕਾਟੇ ਸਭ ਫਾਹੇ। ਮਹਾਰਾਜ ਕਥਨ ਕਰਦੇ ਅਸੀਂ ਸਵਾਸ ਸਵਾਸ ਉਹਨੂੰ ਸਲਾਉਂਦੇ ਆ, ਉਹਦੇ ਨਾਲ ਕੀ ਫਾਇਦਾ ਹੁੰਦਾ? ਲੋਕੀ ਕਹਿੰਦੇ ਐਵੇਂ ਹੀ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ, ਇਹਦਾ ਕੀ ਫਾਇਦਾ? ਨਾਮ ਦੇ ਸਿਮਰਨ ਕਰਕੇ ਤਾਂ ਸਾਰੇ ਫਾਹੇ ਕੱਟੇ ਗਏ, ਜਿੰਨੇ ਫਾਹੇ ਪਏ ਹੋਏ ਸੀ। ਕਿਉਂਕਿ ਆਪਾਂ ਜੇ ਜਨਮ ਲਿਆ, ਫਾਹੇ ਤਾਂ ਪਹਿਲਾਂ ਹੀ ਪਏ ਹੀ ਹੋਏ ਆ ਸਾਰੇ, ਉਹ ਪੈਣੇ ਨਹੀਂ ਹੈ ਆ ਕੇ। ਪਹਿਲਾਂ ਹੀ ਜਮਦੂਤਾਂ ਨੇ ਆਪਣਾ ਕਨੈਕਸ਼ਨ ਲਾਇਆ ਹੋਇਆ, ਕਹਿੰਦੇ ਕੋਈ ਨਹੀਂ, ਤਿਆਰ ਰਹਿ, ਲਿਜਾਣ ਨੂੰ ਤੈਨੂੰ ਬੈਠੇ ਹੀ ਆ। ਹਰੇਕ ਚੀਜ਼ ਮਾਇਆ ਦੇ ਫਾਹੇ, ਕਲਯੁਗ ਦੇ ਫਾਹੇ, ਕਿਤਨੇ ਹੀ ਬੰਧਨ ਪਏ ਹੋਏ ਨੇ, ਸਾਰੇ ਫਾਹੇ ਹੀ ਫਾਹੇ ਨੇ। ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਜੀਤ, ਨਾਨਕ ਗੁਰ ਤੇ ਥਿਤ ਪਾਈ, ਫਿਰ ਨਾ ਮਿਟੇ ਨਿਤ ਨੀਤ। ਪੂਰਨ ਆਸ ਕਰੀ ਖਿਨ ਪੀਤਰ, ਹਰ 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 ਗੁਣ ਜਾਪੇ ਜੀਓ। ਵਾਹਿਗੁਰੂ ਨੇ ਉਹਨਾਂ ਦੀ ਆਸਾ ਇੱਕ ਖਿੰਚ ਪੂਰੀ ਕੀਤੀ ਹੈ। ਔਰ ਜਿਹੜੇ ਜੀਵ ਨੇ ਵਾਹਿਗੁਰੂ ਵਾਹਿਗੁਰੂ ਦੇ ਗੁਣ ਨੂੰ ਜਪਣਾ ਕੀਤਾ, ਮੂਲ ਮੰਤਰ ਗੁਰਮੰਤਰ ਦੇ ਰਾਹੀਂ, ਜਾਪ ਸਾਹਿਬ ਦੇ ਰਾਹੀਂ, ਜਿਨ੍ਹਾਂ ਨੇ ਅਭਿਆਸ ਕੀਤੇ, ਉਹਨਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬੜੀ ਭਾਰੀ ਜਿਹੜੀ ਹੈ ਨਾ ਬਖਸ਼ਿਸ਼ ਹੋਈ ਜੀਵਾਂ ਦੇ ਉੱਤੇ। ਗੱਲੀ ਬਾतें ਬਖਸ਼ਿਸ਼ ਹੋਈ ਕਿ ਬਹੁਤ ਬਖਸ਼ਿਸ਼ ਹੈ ਤੁਹਾਡੀ। ਕੀ ਬਖਸ਼ਿਸ਼ ਹੈ? ਕਹਿੰਦੇ ਬੱਚੇ ਪੜ੍ਹ ਲਿਖ ਗਏ, ਪੈਸਾ ਬੜਾ ਆ ਗਿਆ, ਇਹ ਕੋਈ ਬਖਸ਼ਿਸ਼ ਥੋੜੀ, ਇਹ ਤਾਂ ਪਰਲਬਧ ਹੈ। ਬਖਸ਼ਿਸ਼ ਤਾਂ ਸਤਿਗੁਰੂ ਦੀ ਕਿਰਪਾ ਨਾਲ ਉਹਨੂੰ ਗਿਣਨਾ ਜਿਹੜੀ ਨਾਮ ਦੀ ਬਖਸ਼ਿਸ਼ ਹੁੰਦੀ।